इस बहन का नाम प्रभा है। आज ये बहन अपने जीवन की अमेजिंग टेस्टमनी देने जा रही हैं। जैसे कि बाइबल में लिखा है, धर्मी पर बहुत सी विपत्तियां पड़ती तो हैं, परंतु यहोवा उसको उन सब से मुक्त करता है। सारिਆਂ ਨੂੰ ਜੈ ਮਸੀਹ ਦੀ। मेरा नाम प्रभा है। मैं जलंधर ਦੀ ਬਸੀ ਦਾਨਿਸ਼ਮੰਦਾ ਦੀ ਰਹਿਣ ਵਾਲੀ ਹਾਂ। मेरी लाइफ ਦੇ ਵਿੱਚ ਪਰਮੇਸ਼ਰ ਨੇ ਬਹੁਤ ਅਦਭੁਤ ਚਮਤਕਾਰ ਕੀਤਾ, ਜਿਹਦੀ ਗਵਾਹੀ ਅੱਜ ਮੈਂ ਤੁਹਾਨੂੰ ਦੱਸਣ ਚੱਲੀ ਹਾਂ। ਮੇਰੀ ਲਾਈਫ ਦੇ ਵਿੱਚ ਪਰਮੇਸ਼ਰ ਨੇ ਕੰਮ ਕੀਤਾ ਕਿ ਮੈਨੂੰ ਉਹਦੀ ਸੋਲੀਆਂ ਤੋਂ ਆਜ਼ਾਦ ਕੀਤਾ, ਕਿ ਮੇਰੀ ਯੂਟਰਸ ਦੇ ਵਿੱਚ ਬਹੁਤ ਸਾਰੀਆਂ ਦੀ ਸੋਲੀਆਂ ਹੈਗੀ। ਹੁਣ ਮੇਰੀ ਉਮਰ 26 ਸਾਲ ਹੈ। 26 ਸਾਲਾਂ ਦੇ ਵਿੱਚ ਮੈਨੂੰ ਕਦੀ ਪੀਰੀਅਡ ਨਹੀਂ ਆਏ। ਜਿੱਦਾਂ 13 ਸਾਲ ਦੀ ਏਜ ਵਿੱਚ ਪੀਰੀਅਡ ਆ ਜਾਂਦੇ ਤੇ ਮੈਨੂੰ ਕਦੀ ਵੀ ਨਹੀਂ ਆਏ। ਮੈਂ ਆਪਣੇ ਆਪ ਨੂੰ ਕੋਸਦੀ ਸੀ ਕਿ एक इतनी छोटी उम्र च मेरे मम्मा नहीं रहे। 2001 च मम्मा की डेथ हो गई और ऊपर से मैं पापा को कोई बात बता नहीं सकती, और पापा ना कोई गल नहीं कर सकती मैं, जिहदी वजह नाल प्रॉब्लम मेरी लाइफ दे विच वधदियां गईयां। ਇਹ ਚੀਜ਼ਾਂ ਬਾਰੇ ਮੈਨੂੰ ਪਤਾ ਵੀ ਨਹੀਂ ਸੀਗਾ, ਤੇ ਜਿੱਦਾਂ ਜਿੱਦਾਂ ਮੈਂ ਵੱਡੀ ਹੁੰਦੀ ਗਈ ਤੇ ਮੈਨੂੰ ਪਤਾ ਲੱਗਿਆ ਤੇ ਮੈਂ ਆਪਣੇ ਏਜ ਕੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਆਪਣੀਆਂ ਫਰੈਂਡਾਂ ਨਾਲ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਡਾਕਟਰ ਕੇ ਜਾ ਕੇ ਚੈੱਕ ਕਰਾਓ, ਬਟ ਮੈਂ ਡਾਕਟਰ ਕੇ ਵੀ ਕਦੀ ਨਹੀਂ ਗਈ। ਤੇ ਮੈਂ ਜਦ ਉਹ 22-23 ਸਾਲ ਦੀ ਹੋਈ, ਮੈਂ ਆਪਣੇ ਫਾਦਰ ਨੂੰ ਦੱਸਿਆ ਕਿ ਮੇਰੇ ਪੇਟ ਦੇ ਵਿੱਚ ਦਰਦ ਹੁੰਦੀ ਹੈ, ਮੈਨੂੰ ਕਾਫੀ ਜ਼ਿਆਦਾ ਪੇਨ ਹੁੰਦੀ ਪਈ ਹੈ। ਇਸੇ ਕਰਕੇ ਮੈਂ ਬਿਮਾਰ ਰਹਿਣਾ ਸ਼ੁਰੂ ਹੋ ਗਈ ਔਰ ਮੇਰੀ ਲਾਈਫ ਦੇ ਵਿੱਚ ਕਾਫੀ ਪ੍ਰੋਬਲਮਸ ਆਈਆਂ। ਜਿਹੜੀ ਮੈਨੂੰ ਸਿਰ ਪੀੜ ਹੁੰਦੀ ਸੀ, ਉਹ ਢਿੱਡ ਭਾਰੀ ਹੋਣਾ ਸ਼ੁਰੂ ਹੋ ਗਿਆ ਮੇਰਾ। ਮੈਨੂੰ ਲੱਕ ਪੀੜ ਹੁੰਦਾ ਸੀ ਬਹੁਤ ਜ਼ਿਆਦਾ, ਜਿਹਦੀ ਵਜ੍ਹਾ ਨਾਲ ਮੈਂ ਕੋਈ ਕੰਮ ਨਹੀਂ ਕਰ ਸਕਦੀ। ਜੇ ਮੈਂ ਖੜੀ ਹੁੰਦੀ ਸੀ ਤੇ ਮੈਨੂੰ ਚੱਕਰ ਵਗੈਰਾ ਆਉਂਦੇ ਸੀ, ਔਰ ਜਦੋਂ ਮੇਰਾ ਸਿਰ ਭਾਰੀ ਹੁੰਦਾ ਸੀ ਤੇ ਮੈਂ ਆਪਣੇ ਬਾਲ ਸਾਰੇ ਖਿਲਾਰ ਲੈਣੇ, ਜਾਂ ਤਾਂ ਆਪਣੇ ਸਿਰ 'ਚ ਮੁੱਕੇ ਮਾਰਨੇ ਜਾਂ ਕੰਧਾਂ 'ਚ ਟਕਰਾਂ ਮਾਰਨੀਆਂ ਕਿ ਕਿਤੋਂ ਮੇਰਾ ਸਿਰ ਨਾ ਸਹੀ ਹੋ ਜਾਏ, ਪਰ ਮੇਰੇ ਸਿਰ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਡਾਕਟਰ ਦੇ ਕੋਲ ਜਦੋਂ ਅਸੀਂ ਗਏ ਤੇ ਉਹਨਾਂ ਨੇ ਸਾਨੂੰ ਸਕੈਨਿੰਗ ਦੇ ਲਈ ਲਿਖ ਦਿੱਤਾ, ਕਹਿੰਦੇ ਇਹਦੇ ਪੇਟ ਤੇ ਸੋਜ ਬਹੁਤ ਜ਼ਿਆਦਾ, ਤੁਸੀਂ ਸਕੈਨਿੰਗ ਕਰਾਓ ਕੀ ਹੁੰਦਾ। ਤੇ ਮੈਂ ਗਈ, ਮੈਂ ਡੈਡੀ ਨੂੰ ਕਿਹਾ ਡੈਡੀ ਤੁਸੀਂ ਵੀ ਅੰਦਰ ਆ ਜਾਓ, ਤੇ ਡੈਡੀ ਨੇ ਉਹਨਾਂ ਨੂੰ ਸਾਹਮਣੇ ਖੜਾ ਕਰਤਾ ਜਦੋਂ ਸਕੈਨਿੰਗ ਹੁੰਦੀ ਪਈ। ਜਿਹੜੀ ਸਕੈਨਿੰਗ ਕੀਤੀ ਉਹਨਾਂ ਨੇ, ਤੇ ਉਹਨਾਂ ਨੇ ਦੇਖਿਆ ਕਿ ਯੂਟਰਸ ਪੂਰਾ ਰਸੋਲੀਆਂ ਨਾਲ ਭਰਿਆ ਹੈਗਾ, ਤੇ ਉਹ ਕਹਿੰਦੇ ਕਿ ਇਹਦਾ ਆਪਰੇਸ਼ਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਉਹ ਕਹਿੰਦੇ ਕਿ ਆਪਰੇਸ਼ਨ ਦੇ ਨਾਲ ਕਹਿੰਦੇ ਬੱਚੇਦਾਨੀ ਵੀ ਕੱਢਣੀ ਪਊਗੀ। ਉਹ ਕਹਿੰਦੇ ਕਿ ਅਜੇ ਮੈਰਿਜ ਨਹੀਂ ਹੋਈ ਉਹਨਾਂ ਦੀ ਤੇ ਅਸੀਂ ਇਹ ਰਿਸਕ ਨਹੀਂ ਲੈਣਾ, ਕਿਉਂਕਿ ਉਹ ਡਾਕਟਰ ਖੁਦ ਹੀ ਕਹਿੰਦੇ ਅੱਜ ਕੱਲ ਹਰ ਪਰਸਨ ਨੂੰ ਸਿਰਫ ਇਹੀ ਹੁੰਦਾ ਕਿ ਬਈ ਬੇਬੀ ਸਾਨੂੰ ਚਾਹੀਦਾ ਹੀ ਚਾਹੀਦਾ। ਕਹਿੰਦੇ ਜੇ ਬੱਚੇਦਾਨੀ ਨਿਕਲ ਗਈ ਤੇ ਬੇਬੀ ਹੋਣਾ ਨਹੀਂ। तो कहते हैं तुसी खुद डिसाइड कर लो तुसी किवें करना ते किद्दां करना। डॉक्टर वाली बात यही थी कि मतलब जब भी मैं डॉक्टर के गया हूँ तभी डॉक्टर ने यही दसा कि वो यही बोलते थे, जब भी बोलते थे वो कहते थे कि तुम्हें जो है ये बच्चादानी निकलवानी पड़ेगी, लेकिन मैंने तो मना ही कर दिया। एक मम्मा नहीं उत्तों कल्ले डैडी, ते कल नूं मेरा की बनूगा कोई पता नहीं है। मेरे दिमाग च नैगेटिव सोचा चलदियां पई, कई बार दिल हुंदा है कि कुछ खा के मर जावां, क्योंकि जिंदगी का कोई मकसद ही नहीं है कि कदे भी लड़ाई झगड़े बाहर जावां उत्थे भी गल्लां सुननियां। मैं नॉर्मल जिंदगी नहीं जी सकती, क्योंकि तो मैनू दिमाग 'च बहुत नैगेटिव सोच आंदी। जिद्दां कोठे जाना तो उत्थों दिल करदा कि छाल मारदा मैं, कि है ही नहीं कख भी मेरी लाइफ दे विच, ते या किते बाहर जाना दिल करदा कि ट्रक थल्ले आके खुद नू खत्म करदा। ऐही नैगेटिव सोच करके 2-3 बारी मैं एक्सीडेंट भी कराया अपना, ते एक्सीडेंट दे विच मेरी ਇਹ ਚੀਜ਼ ਪੂਰੀ ਖਰਾਬ ਹੋ ਗਈ ਸੀ ਤੇ ਕਾਫੀਆਂ ਸੱਟਾਂ ਪੈਰਾਂ ਦੇ ਵਿੱਚ ਵੀ ਆਈਆਂ। 5 ਤੋਂ 6 ਪੇਨ ਕਿਲਰ ਖਾਂਦੀ ਸੀ ਜਿਹੜੀਆਂ ਕਾਫੀ ਹੈਵੀ ਹੁੰਦੀਆਂ ਸੀ। ਉਹਦੇ ਨਾਲ ਮੈਨੂੰ ਜਿੰਨਾ ਚਿਰ ਉਹ ਖਾਂਦੀ ਸੀ ਉਹਨਾਂ ਚਿਰ ਹੀ ਸਿਰਫ ਫਰਕ ਰਹਿੰਦਾ ਸੀ। ਜੇ ਉਦੋਂ ਵੀ ਖਤਮ ਹੋ ਗਈਆਂ ਤੇ ਫਿਰ ਮੈਨੂੰ ਟੀਕੇ ਲਗਵਾਉਣੇ ਪੈਂਦੇ ਸੀ। ਇਸ ਪ੍ਰੋਬਲਮ ਦਾ ਮੇਰੇ ਦਿਮਾਗ ਤੇ ਬਹੁਤ ਜ਼ਿਆਦਾ ਹੈਵੀ ਅਸਰ ਪਿਆ, ਜਿਸ ਦੇ ਚਲਦੇ ਮੈਂ ਕਾਫੀ ਡਿਪਰੈਸ਼ਨ 'ਚ ਵੀ ਚੱਲ ਗਈ ਹਾਂ। ਤੇ ਉਹਦੇ ਬਾਅਦ ਮਤਲਬ ਕਿ ਮੈਂ ਆਪਣੇ ਆਪ ਨੂੰ ਵਾਸ਼ਰੂਮ 'ਚ ਲੌਕ ਕਰ ਲੈਂਦੀ ਸੀ ਤੇ ਕਮਰੇ ਦੇ ਵਿੱਚ ਵੀ ਇਕੱਲੀ ਰਹਿੰਦੀ ਸੀ। ਫੈਮਿਲੀ 'ਚ ਮੇਰੇ ਫਾਦਰ ਸਿਰਫ ਮੇਰੇ ਨਾਲ ਹੀ, ਸਾਰਿਆਂ ਨੇ ਮੈਨੂੰ ਛੱਡਤਾ ਏ, ਕਿਉਂਕਿ ਉਹਨਾਂ ਨੂੰ ਲੱਗਦਾ ਏ ਕਿ ਮੇਰੇ ਚਲਦੇ ਉਹਨਾਂ ਦੀ ਸ਼ਾਇਦ ਮੈਰਿਜ ਨਹੀਂ ਹੋਣੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਏ ਕਿ ਉਹਨਾਂ ਦੇ ਦਿਮਾਗ 'ਚ ਇਹ ਗਲਤਫਹਿਮੀ ਕਿ ਜੇ ਵੱਡੀ ਦੀ ਮੈਰਿਜ ਨਹੀਂ ਹੋਊਗੀ ਤੇ ਛੋਟਿਆਂ ਦੀ ਵੀ ਨਹੀਂ ਹੋਣੀ। ਮੈਨੂੰ ਇਹੀ ਲੱਗਦਾ ਏ ਕਿ ਸ਼ਾਇਦ ਲਾਈਫ ਦੇ ਵਿੱਚ ਕभी ਮੇਰੀ ਮੈਰਿਜ ਨਹੀਂ ਹੋਣੀ, ਜਾਂ ਸ਼ਾਇਦ ਮੈਂ ਕभी ਪਤਾ ਨਹੀਂ ਮੈਂ ਠੀਕ ਵੀ ਹੋ ਪਾਉਂਗੀ ਜਾਂ ਨਹੀਂ। ਜਿੱਦਾਂ ਮੈਂ ਇੰਡੀਆ ਤੋਂ ਬਾਹਰ ਜਾਣਾ ਚਾਹੁੰਦੀ ਤੇ ਮੈਂ ਫਾਈਲ ਲਾਈ, ਮੈਨੂੰ ਮੈਡੀਕਲ ਤੇ ਸੱਦਿਆ, ਤੇ ਫਿਰ ਮੈਡੀਕਲ ਤੇ ਜਦੋਂ ਮੈਂ ਗਈ ਤੇ ਉਹਨਾਂ ਨੇ ਸਕੈਨਿੰਗ ਵਗੈਰਾ ਮੇਰੀ ਕੀਤੀ ਤੇ ਮੇਰੀ ਬੱਚੇਦਾਨੀ ਦੇ ਵਿੱਚ ਦੀ ਸੋਲੀਆਂ ਆ ਗਈਆਂ, ਤੇ ਉਹਨਾਂ ਨੇ ਫਿਰ ਮੈਨੂੰ ਰਿਜੈਕਟ ਕਰਕੇ ਵਾਪਸੀ ਘਰੇ ਭੇਜਤਾ। ਤੇ ਮੈਂ ਘਰੇ ਆਈ ਤੇ ਮੈਂ ਫਿਰ ਟੈਨਸ਼ਨ 'ਚ ਹੋ ਕੇ ਬਹਿ ਗਈ ਕਿ ਪਰਮੇਸ਼ਵਰ, ਇੱਕ ਮੈਂ ਰਸੋਲੀਆਂ ਤੋਂ ਆਜ਼ਾਦ ਨਹੀਂ ਹੋਈ ਅਜੇ ਤੱਕ, ਤੇ ਉੱਤੋਂ ਮੈਂ ਬਾਹਰ ਦਾ ਬਣਾਉਣ ਦੀ ਉਹ ਵੀ ਨਹੀਂ ਬਣਦਾ ਪਿਆ, ਜਿਹੜੀ ਮੇਰੇ ਦਿਲ ਦੀ ਇੱਛਾ ਸੀ ਉਹ ਵੀ ਨਹੀਂ ਪੂਰੀ ਹੋ ਪਾ ਰਹੀ ਸੀ। ਫਿਰ ਵੀ ਮੇਰਾ ਭਰੋਸਾ ਪਰਮੇਸ਼ਵਰ ਤੇ ਹੀਗਾ, और मैं चर्च खामदा चर्च ਨਾਲ जुड़ी रही और
ਪਰਮੇਸ਼ਵਰ ਦੀਆਂ ਵਚਨਾਂ ਨੂੰ ਫੋਲੋ ਕਰਦੀ ਰਹੀ, ਪੋਸਟਰ ਜਿਨ੍ਹਾਂ ਦੀ ਮੀਟਿੰਗਾਂ ਸੁਣਦੀ ਰਹੀ। ਖਾਮਦਾ ਚਰਚ ਦੇ ਵਿੱਚ ਆ ਕੇ ਮੈਂ ਜਦੋਂ ਗਵਾਹੀਆਂ ਸੁਣੀਆਂ ਕਿ ਇੱਥੇ ਆ ਕੇ ਮਤਲਬ ਕਿ ਜਿਨ੍ਹਾਂ ਦੇ ਬੱਚੇਦਾਨੀ ਨਹੀਂ ਹੈ ਉਹਨਾਂ ਨੂੰ ਵੀ ਬੇਬੀ ਹੁੰਦੇ ਪਏ ਹੈ, ਤੇ ਜਿਨ੍ਹਾਂ ਦੇ ਬੱਚੇਦਾਨੀ ਦੇ ਵਿੱਚ ਦੀ ਸੋਲੀਆਂ ਜਾਂ ਗਿਲਟੀਆਂ ਕੁਝ ਵੀ ਹੈ ਉਹ ਵੀ ਗਾਇਬ ਹੁੰਦੀ ਪਈਆਂ, ਖਤਮ ਹੁੰਦੀ ਪਈਆਂ। ਤੇ ਮੈਂ ਕਾਫੀਆਂ ਜਣਿਆਂ ਦੀ ਗਵਾਹੀਆਂ ਦੇਖੀਆਂ ਤੇ ਮੈਂ ਆਪਣੇ ਲਈ ਰਿਸੀਵ ਕੀਤਾ। ਔਰ ਮੈਂ ਗਵਾਹੀਆਂ ਸੁਣਦੀਆਂ ਹੀ ਜਿਹੜੀ ਕਿ ਜਿਨ੍ਹਾਂ ਦੀ ਹੱਡੀਆਂ ਵਗੈਰਾ ਟੁੱਟ ਜਾਂਦੀਆਂ, ਪਰਮੇਸ਼ਰ ਉਹ ਤੱਕ ਜੋੜ ਸਕਦਾ ਹੈ। ਤੇ ਮੈਂ ਲੋਕਾਂ ਨੂੰ ਬੈੱਡ ਤੋੜਦੇ ਦੇਖਿਆ, ਵੀਲਚੇਅਰ ਤੋਂ ਚੱਲਦੇ ਦੇਖਿਆ, ਜਿਹੜੇ ਲੰਗੜੇ ਸੀ ਉਹ ਵੀ ਚੱਲਦੇ ਦੇਖੇ ਕਿ ਪਰਮੇਸ਼ਰ ਨੇ ਅੰਨਿਆਂ ਨੂੰ ਅੱਖਾਂ ਦਿੱਤੀਆਂ। ਤੇ ਮੈਂ ਉਹ ਗੱਲ ਤੇ ਬਿਲੀਵ ਕੀਤਾ, ਮੈਂ ਕਿਹਾ ਜਿਹੜਾ ਪਰਮੇਸ਼ਰ ਅੰਨਿਆਂ ਨੂੰ ਅੱਖਾਂ ਦੇ ਸਕਦਾ ਹੈ ਤੇ ਉਹ ਮੈਨੂੰ ਵੀ ਚੰਗਾ ਕਰ ਸਕਦਾ ਹੈ। ਤੇ ਮੈਂ ਉਹ ਗੱਲ ਨੂੰ ਆਪਣੇ ਲਈ ਰਿਸੀਵ ਕੀਤਾ। ਔਰ ਲਗਾਤਾਰ ਮੈਂ ਖਾਮੜਾ ਚਰਚ ਆਉਂਦੀ ਰਹੀ। ਸਤੰਬਰ 2017 ਦੇ ਵਿੱਚ ਜਦੋਂ ਮੈਂ ਚਰਚ ਆਈ ਤੇ ਪਰਮੇਸ਼ਰ ਕੇ ਦਾਸ ਨੇ ਖਾਸ ਪ੍ਰਾर्थना ਕੀਤੀ ਗਿਲਟੀਆਂ ਦੇ ਲਈ ਔਰ ਰਿਸੋਲੀਆਂ ਦੇ ਲਈ। अपने हाथों को उठाओ, मेरे नाल एक मानो जाओ। सब लोग अपनी बॉडी दे हाथ रखो और अपनी चंगाई नु रिसीव करो, बोल के कि यीशु दे कोड़े खान में चंगा चंगी हो चुकी हैं। रसौलियां गायब हो जान, पत्थरियां गायब हो जान, रसौलियां गायब होन परमेश्वर दे नाम दे विच, यीशु मसीह दे सामर्थी नाम दे विच शैतान दी हर योजना नाश होए। ਜਿੱਦਾਂ ਹੀ ਮੈਂ ਆਪਣੇ ਲਈ ਰਿਸੀਵ ਕੀਤਾ ਔਰ ਮੈਂ ਆਪਣੇ ਪੇਟ 'ਤੇ ਹੱਥ ਰੱਖਿਆ, ਮੈਨੂੰ ਐਦਾਂ ਲੱਗਿਆ ਕਿ ਜਿੱਦਾਂ ਅੰਦਰੋਂ ਨਾ ਕਿਸੇ ਨੇ ਮੈਨੂੰ ਨਾ ਮੁੱਕਾ ਮਾਰਿਆ ਜ਼ੋਰ ਨਾਲ। ਜਦੋਂ ਮੈਂ ਘਰੇ ਗਈ ਮੀਟਿੰਗ ਤੋਂ ਤੇ ਘਰੇ ਜਾ ਕਰਕੇ ਮੈਨੂੰ ਪ੍ਰੈਸ਼ਰ ਬਣਿਆ ਕਾਫੀ, ਤੇ ਮੈਂ ਵਾਸ਼ਰੂਮ ਦੇ ਵਿੱਚ ਗਈ ਦੌੜ ਕੇ ਫਟਾਫਟ, ਤੇ ਉੱਥੇ ਜਾ ਕੇ ਮੈਂ ਚੈੱਕ ਕੀਤਾ ਗੁਪਤ ਅੰਗ ਦੇ ਦੁਆਰਾ ਮੈਨੂੰ 6-7 ਰਸੌਲੀਆਂ ਬਾਹਰ ਆਈ, ਕਾਫੀ ਵੱਡੀ ਵੱਡੀ, ਕਾਫੀ ਹੈਵੀ ਸੀ। सितंबर 2017 तो लेके 4 साल तक मेरे रसौलियां ਵੱਡੀ ਵੱਡੀਆਂ ਬਾਹਰ ਗੁਪਤ ਅੰਗ ਦੇ ਦੁਆਰਾ ਆਂਦੀ ਰਹੀ। इन 4 ਸਾਲਾਂ ਦੇ ਵਿੱਚ ਜਿਹੜੀਆਂ ਮੇਰੇ ਰਸੌਲੀਆਂ ਨਿਕਲੀਆਂ 80 ਤੋਂ 90 ਨਿਕਲੀਆਂ, ਤੇ ਉਹਨਾਂ ਦੇ ਵਿੱਚ ਮੈਂ ਘੱਟੋ ਘੱਟ 6-7 ਦੀਆਂ ਫੋਟੋਆਂ ਲੈ ਪਾਈਆਂ, ਬਾਕੀ ਦੀ नहीं। ये रसोई तो हर 2 महीने के बाद निकलती रही है, हर 2 महीने बाद, हर 2 महीने के बाद में कटोकट 8, 10, 12 निकलती रही, क्योंकि मैं ही देखने वाला था, मैं ही करने वाला था, क्योंकि मम्मी तो नहीं कहे नहीं, अब जो वो देखती मैं ही था घर में। ਮਾਰਚ 2021 ਦੇ ਵਿੱਚ ਮੈਨੂੰ ਫਸਟ ਟਾਈਮ ਪੀਰੀਅਡ ਆਣੇ ਸ਼ੁਰੂ ਹੋਏ ਔਰ ਹੁਣ ਤੱਕ ਰੈਗੂਲਰ ਸਹੀ ਆਂਦੇ ਪਏ ਹੈ। ਮੈਂ ਚੈੱਕ ਕਰਾਇਆ, ਮੇਰੇ ਯੂਟਰਸ ਇੱਕਦਮ ਕਲੀਨ ਹੈ ਬਿਲਕੁਲ। ਮੈਂ ਜਿਹੜੇ ਕੰਮ ਨਹੀਂ ਕਰਦੀ ਪਈ ਉਹ ਮੈਂ ਸਾਰੇ ਕੰਮ ਕਰਦੀ ਹਾਂ ਹੁਣ, ਤੇ ਮੈਂ ਖਾਂਦੀ ਪੀਂਦੀ ਵੀ ਹਾਂ। ਹੁਣ ਮੈਂ ਘਰ ਦਾ ਕੰਮ ਵੀ ਕਰਦੀ ਹਾਂ ਤੇ ਜੌਬ ਵੀ ਕਰਦੀ ਹਾਂ ਤੇ ਚਰਚ ਦੇ ਵਿੱਚ ਸੇਵਾ ਵੀ ਕਰਦੀ ਹਾਂ, ਤੇ ਹੁਣ ਮੈਂ ਬਾਹਰ ਵੀ ਚੱਲੀ ਹਾਂ। ਹੁਣ ਮੈਨੂੰ ਨਾ ਕੋਈ ਪੇਟ ਕੇ ਨੀਚੇ ਕੋਈ ਭਾਰੀਪਨ ਹੁੰਦਾ, ਨਾ ਮੈਨੂੰ ਸਿਰ ਪੀੜ ਹੁੰਦਾ, ਨਾ ਹੁਣ ਮੈਨੂੰ ਚੱਕਰ ਹੁੰਦੇ, ਤੇ ਨਾ ਮੇਰੇ ਦਿਮਾਗ 'ਚ ਨੈਗੇਟਿਵ ਗੱਲਾਂ ਆਉਂਦੀਆਂ। ਪਰਮੇਸ਼ਰ ਨੇ ਮੈਨੂੰ ਪੂਰੀ ਤਰ੍ਹਾਂ ਆਜ਼ਾਦ ਕੀਤਾ ਔਰ ਮੈਂ ਆਪਣੀ ਫਾਈਲ ਲਾਈ ਦੁਆ ਕੰਟਰੀ ਜਾਣ ਦੇ ਲਈ। ਉੱਥੇ ਜਦੋਂ ਮੇਰਾ ਮੈਡੀਕਲ ਦਾ ਨੰਬਰ ਆਇਆ, ਮੈਂ ਗਈ ਉੱਥੇ ਮੈਡੀਕਲ ਕਰਾਉਣ ਦੇ ਲਈ ਔਰ ਪਰਮੇਸ਼ਰ ਨੇ ਉੱਥੇ ਮੈਨੂੰ ਸਿਲੈਕਟ ਕੀਤਾ। ਪਰਮੇਸ਼ਰ ਨੇ ਮੈਨੂੰ ਹਰ ਬਿਮਾਰੀ ਤੋਂ ਆਜ਼ਾਦ ਕੀਤਾ ਤੇ 2 ਸਾਲ ਦੇ ਵੀਜ਼ੇ ਨਾਲ ਦੁਆ ਕਤਰ ਦੇ ਨਾਲ ਮੈਨੂੰ ਬਲੈਸ ਕੀਤਾ। ਹੁਣ ਮੈਂ ਆਪਣੇ ਪਰਿਵਾਰ ਦੇ ਵਿੱਚ ਬਹੁਤ ਖੁਸ਼ ਹਾਂ, ਪੂਰੀ ਫੈਮਿਲੀ ਹੈਪੀ ਹੈ एकदम, और सब कुछ लाइफ मेरी एकदम ਵਧੀਆ ਪਰਫੈਕਟ ਹੈ। ਜਿਹੜੇ ਅੱਜ ਵੀ ਕੋਈ ਵੀ ਪ੍ਰੋਬਲਮ ਦੇ ਵਿੱਚ ਹੈ ਉਹਨਾਂ ਨੂੰ ਇੱਕੋ ਹੀ ਗੱਲ ਕਹਿਣਾ ਚਾਹਾਂਗੀ, ਚਰਚ ਦੇ ਵਿੱਚ ਅਸੀਂ ਜਿੱਥੇ ਜਾ ਰਹੇ ਹਾਂ ਉੱਥੇ ਨਵੀਂ ਜ਼ਿੰਦਗੀ ਦੇਣ ਵਾਲਾ ਸਾਨੂੰ ਪਰਮੇਸ਼ਰ ਹੈ, ਜਿਨੇ ਸਾਨੂੰ ਬਣਾਇਆ ਉਹੀ ਸਾਨੂੰ ਚੰਗਾ ਕਰ ਸਕਦਾ। ਮੈਂ ਇਹ ਗੱਲ ਕਹਾਂਗੀ ਕਿ ਖੜੇ ਦੌੜੇ ਰਹੋ, ਗਵਾਹੀ ਦੇ ਸਾਥ ਵਾਪਸ ਆਓਗੇ, ਕਿਉਂਕਿ ਪਰਮੇਸ਼ਰ 'ਚ ਕੀਤੀ ਮਿਹਨਤ ਕਦੀ ਵੀ ਬੇਕਾਰ ਨਹੀਂ ਜਾਂਦੀ, ਕਿਉਂਕਿ ਪਰਮੇਸ਼ਰ ਨੇ ਮੇਰੀ ਮਿਹਨਤ ਦਾ ਫਲ ਮੈਨੂੰ ਵੀ ਦਿੱਤਾ ਹੈ, ਕਿਉਂਕਿ ਮੈਂ ਹਮੇਸ਼ਾ ਉਹਦੀ ਹਜ਼ੂਰੀ ਦੇ ਵਿੱਚ ਖੜੀ ਔਰ ਅੜੀ ਰਹੀ ਹਾਂ और हर एक प्रॉब्लम तो आजाद हाँ और इन्नियां ब्लैसिंगां दे नाल हाँ कि हद तो भी ज्यादा। मेरे माइंड विच जो मर्जी था, सामने जो मर्जी था, आले दुआले जो मर्जी था, पर मेरा फोकस सिर्फ वचन था। वचन तो मैं कभी हटी नहीं। मेरे दिमाग में शैतान ने बहुत कुछ डाला, लाइफ में बहुत कुछ डिस्टर्ब किया, पर मैं वचन तो ना खिलाफ गई और ना मैंने वचन तोड़ा और प्रभु ने मुझे आजाद किया।
ਇਸ ਨਵੇਂ ਜੀਵਨ ਦੇ ਲਈ ਤੇ ਇਸ ਚੰਗਾਈ ਦੇ ਲਈ ਮੈਂ ਪਰਮੇਸ਼ਰ ਦਾ ਤੇ ਪਰਮੇਸ਼ਰ ਕੇ ਦਾਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।